सत श्री अकाल, तुम देख रहे हो पंजाब मेल यूएसए टीवी। मैं सुखदीप कौर संधू लेके हाजिर हाँ प्रोग्राम खबर जंक्शन। कहते हैं मेरी भी कोई सुन लो, मैं अखबार बोलती हाँ, हर एक पन्ने उत्ते लिखी मैं सार बोलती हाँ। कोई मेरे ते भ्रिष्टाचार दे लेख छापदा है, कोई मेरे ते सभ्याचार दे सुलेख छापदा है। सुर्खियां दे विच बनी वार वार बोलदी हाँ, मेरी भी कोई सुन लो, मैं अखबार बोलदी हाँ। जी हाँ, अखबार ते बणियां होईयां सुर्खियां बहुत कुछ कह जांदियां ने, बहुत कुछ दस्सण दी कोशिश करदियां ने। सो उन्हां सुर्खियां ते गलबात करन दे लई, विचार चर्चा करन दे लई अज साडे नाल स्टूडियो दे विच मौजूद ने नरिंदर सत्ती जी। बहुत बहुत स्वागत है सर प्रोग्राम दे विच। जी सर, जे गल कर लईए कोटपुरा गोलीकांड दी, गुरु ग्रंथ साहब जी की बेअदबी जदों हुई, उस तो बाद कोटपुरा दे विच गोलीकांड होया, उसनूं लैके हुण बादल साहब नूं बुलाया गया। पहला तो बादल साहब ने कहता असीं नहीं आउणा, हुण उन्हां ने कहता असीं आवांगे। इहदे बारे तुसीं की देखदे हो? देखो, मसले नूं साल लंघे ने। कोटकपूरा, बहबल कलां गोलीकांड, आम तौर ते कोटकपूरा गोलीकांड भी कह दिंदे आ, ठीक है जी। उस वेले ਜਿਹੜੇ ਕਾਇਮ ਮੁਕਾਮ ਮੁੱਖ ਮੰਤਰੀ ਪੰਜਾਬ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਜੀ, ਔਰ ਸੁਖਬੀਰ ਸਿੰਘ ਬਾਦਲ ਉਹਨਾਂ ਦੇ ਬੇਟੇ ਜਿਹੜੇ ਆ ਉਹ ਡਿਪਟੀ ਚੀਫ ਮਿਨਿਸਟਰ ਸੀ ਪੰਜਾਬ ਦੇ ਜੀ। ਪਹਿਲਾਂ ਤੋਂ ਹੀ ਸਿੱਖ ਜਥੇਬੰਦੀਆਂ, ਆਮ ਸਿੱਖ ਸੰਗਤ ਸਮਝਦੀ ਰਹੀ ਆ ਵੀ ਜ਼ਿੰਮੇਵਾਰੀ ਜਿਹੜੀ ਆ ਉਹ ਮੁੱਖ ਮੰਤਰੀ ਦੀ ਆ, ਜਿਹੜਾ ਸੂਬੇ ਦਾ ਮੁੱਖ ਮੰਤਰੀ ਆ ਜੀ। ਜਿਹੜੀ ਮੌਕੇ ਤੇ ਪੁਲਿਸ ਹੈ ਜਿਨ੍ਹਾਂ ਨੇ ਗੋਲੀ ਚਲਾਈ, ਲਾਠੀ ਚਾਰਜ ਕੀਤਾ, ਗੰਦੇ ਜਿਹੜਾ ਪਾਣੀ ਆ ਉਹ ਜਿਹੜਾ ਸੰਗਤਾਂ ਤੇ ਸੁੱਟਿਆ, ਤੇ ਉਸ ਵੇਲੇ ਦਾ ਸੰਬੰਧਿਤ ਪੁਲਿਸ ਅਫਸਰ, ਮੁੱਖ ਮੰਤਰੀ, ਡੀਜੀਪੀ ਤੇ ਉਪ ਮੁੱਖ ਮੰਤਰੀ, ਇਹ ਲੋਕ ਜ਼ਿੰਮੇਵਾਰ ਆ ਤੇ ਇਹਨਾਂ ਨੂੰ ਕਟਹਿਰੇ 'ਚ ਖੜਾ ਕੀਤਾ ਜਾਣਾ ਚਾਹੀਦਾ, ਇਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਸੋ ਜਿਵੇਂ ਹੁੰਦਾ ਆ ਵੀ ਕਹਿੰਦੇ ਹੁੰਦੇ ਆ ਜਦੋਂ ਇਨਸਾਫ ਨਾ ਦੇਣਾ ਹੋਵੇ ਨਾ, ਉਦੋਂ ਤੁਸੀਂ ਕਮਿਸ਼ਨਾਂ ਦੇ ਚੱਕਰ 'ਚ ਪਾ ਦਿੰਦੇ ਆਪਾਂ ਵੀ ਕਿੰਨੇ ਕਮਿਸ਼ਨ ਬੈਠਿਆ, ਚਾਹੇ ਉਹ ਰਣਜੀਤ ਸਿੰਘ ਕਮਿਸ਼ਨ ਸੀਗਾ, ਜਸਟਿਸ ਰਣਜੀਤ ਸਿੰਘ ਕਮਿਸ਼ਨ, ਚਾਹੇ ਜੋਰਾ ਸਿੰਘ ਕਮਿਸ਼ਨ ਆ ਗਿਆ, ਉਸ ਤੋਂ ਮਗਰੋਂ ਇੱਕ ਸੀਟ ਬਣਦੀ ਆ, ਦੂਜੀ ਸੀਟ ਬਣਦੀ ਆ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਹੈ। ਕੁੰਵਰ ਵਿਜੇ ਪ੍ਰਤਾਪ ਹਾਈ ਕੋਰਟ ਦੀਆਂ ਸਖਤ ਟਿੱਪਣੀਆਂ ਤੋਂ ਬਾਅਦ ਉਹਨਾਂ ਨੂੰ ਹਟਾਤਾ ਗਿਆ, ਦੁਬਾਰਾ ਹੁਣ ਫੇਰ ਬਣ ਗਈ, ਠੀਕ ਹੈ ਜੀ। ਹੁਣ ਕੀ ਹੈ ਵੀ ਵੱਖ-ਵੱਖ ਜਿਹੜੇ ਗਵਾਹ ਆ ਮੌਕੇ ਦੇ, ਜਿਹੜੀਆਂ ਪ੍ਰਭਾਵਿਤ ਧਿਰਾਂ ਆ, ਉਹਨਾਂ ਨੂੰ ਜਿਹੜਾ ਆ ਉਹ ਸੱਦ ਕੇ ਉਹਨਾਂ ਦੇ ਜਿਹੜੇ ਜੋ ਵੀ ਆ ਬਿਆਨ ਰਿਕਾਰਡ ਹੋ ਰਹੇ ਆ। ਪਿਛਲੇ ਦਿਨੀ ਇਸੇ ਤਰ੍ਹਾਂ 16 ਤਰੀਕ ਲਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਸੱਦਿਆ ਸੀ ਜੀ। ਪ੍ਰਤਾਪ ਬਾਜਵਾ ਕਾਂਗਰਸ 'ਚ ਤਾਂ ਵਿਰੋਧੀ ਸਿਰ ਰੱਖਦੇ ਨੇ ਪਾਰਟੀ ਦੇ ਵਿੱਚ, MP ਆ, ਰਾਜ ਸਭਾ ਮੈਂਬਰ ਅੱਜ ਕੱਲ੍ਹ। ਉਹਨਾਂ ਨੇ ਕਿਹਾ ਸੀ ਵੀ ਇਹ ਇੱਕ ਚੰਗਾ ਕਦਮ ਆ ਸਿੱਟ ਦਾ ਤੇ ਬਾਦਲ ਸਾਹਿਬ ਨੂੰ ਪੇਸ਼ ਹੋਣਾ ਚਾਹੀਦਾ। ਲੱਗਦਾ ਵੀ ਜਿਹੜੀ ਜਾਂਚ ਆ ਉਹ ਸਹੀ ਦਿਸ਼ਾ ਵੱਲ ਵਧ ਰਹੀ ਹੈ। ਪਰ ਬਾਦਲ ਸਾਹਿਬ ਨੇ ਕਿਹਾ ਜੀ ਵੀ ਮੇਰੀ ਸਿਹਤ ਠੀਕ ਨਹੀਂ ਗੀ, ਇਸ ਕਰਕੇ ਮੈਂ ਹਾਜ਼ਰ ਨਹੀਂ ਹੋ ਸਕਦਾ। ਉੱਦਾਂ ਜੋ ਵੀ ਸਿੱਟ ਕਹੇਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਮੈਂ ਸਹਿਯੋਗ ਲਈ ਤਿਆਰ ਹਾਂ। ਵਿਰੋਧੀਆਂ ਨੇ ਰੌਲਾ ਰੱਪਾ ਪਾਇਆ ਵੀ ਕੁਛ ਦਿਨ ਪਹਿਲਾਂ ਬਸਪਾ ਤੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਦਾ ਗੱਠਜੋੜ ਹੁੰਦਾ ਜੀ, ਤੇ ਵੱਡੇ ਬਾਦਲ ਸਾਹਿਬ ਬੀਬੀ ਮਾਇਆਵਤੀ ਨੂੰ ਫੋਨ ਕਰਕੇ ਵਧਾਈਆਂ ਦੇ ਰਹੇ ਆ ਗੱਠਜੋੜ ਦੀਆਂ, ਜਿਹੜਾ 25 ਸਾਲੀ ਸੁੱਖ ਨਾਲ ਦੁਬਾਰਾ ਹੋਇਆ, ਤੇ ਆਪਣੀ ਸਿਹਤ ਬਾਰੇ ਵੀ ਕਹਿ ਰਹੇ ਆ ਵੀ ਮੈਂ ਤੰਦਰੁਸਤ ਆ ਜੀ। ਤੇ ਹੁਣ ਕਹਿੰਦੇ ਸਿੱਟ ਅੱਗੇ ਪੇਸ਼ ਹੋਣਾ ਤਾਂ ਸਿਹਤ ਜਿਹੜੀ ਆ ਉਹ ਨਾਸਾਜ਼ ਹੋ ਗਈ ਆ, ਤੇ ਐਵੇਂ ਬਹਾਨੇਬਾਜ਼ੀਆਂ ਹੈਗੀਆਂ। ਤੇ ਹੁਣ ਨਵੀਂ ਖਬਰ ਆਈ ਆ ਵੀ 22 ਤਰੀਕ ਨੂੰ ਪੇਸ਼ ਹੋ ਰਹੇ ਨੇ ਜੀ। ਜੇ ਮੋਰਲ ਜ਼ਿੰਮੇਵਾਰੀ, ਜਿਹੜੀ ਨੈਤਿਕ ਜ਼ਿੰਮੇਵਾਰੀ, ਤਾਂ ਸੂਬੇ ਦੇ ਮੁਖੀ ਦੀ ਹੁੰਦੀ ਆ। 5 ਵਾਰ ਰਾਜ ਭਾਗ ਭੋਗ ਲਿਆ, ਹੁਣ ਜੇ ਸਿੱਟ ਸੱਦਦੀ ਆ ਤਾਂ ਪੇਸ਼ ਹੋ ਕੇ ਆਪਣੇ ਬਿਆਨ ਦੇਣੇ ਚਾਹੀਦੇ ਬਾਦਲ ਸਾਹਿਬ ਨੂੰ। ਡੀਜੀਪੀ ਸਮੇਤ ਸੈਣੀ ਸੀ ਉਸ ਵੇਲੇ। ਹੇਠਲੇ ਅਫਸਰਾਂ ਨੂੰ ਸੀਨੀਅਰ ਕੋਈ ਹੁਕਮ ਦੇਗਾ ਤਾਂ ਹੀ ਗੋਲੀ ਚੱਲੇਗੀ, ਠੀਕ ਆ। ਮੌਤਾਂ ਵੀ ਹੋਈਆਂ, ਫੱਟੜ ਵੀ ਹੋਈਆਂ ਸੰਗਤਾਂ, ਅਜੇ ਤੱਕ ਇਨਸਾਫ ਜਿਹੜਾ ਉਹ ਵੱਡੇ ਖਾਤੇ 'ਚ ਪਿਆ ਹੈਗਾ ਜੀ। ਪ੍ਰਭਾਵਿਤ ਲੋਕ ਜਿਹੜੇ ਆ ਉਹ ਨਿਤ ਜਿਹੜੇ ਆ ਉਹ ਇਸ ਗੱਲ ਦੀ ਮੰਗ ਕਰ ਰਹੇ ਆ। ਧਿਆਨ ਸਿੰਘ ਮੰਡ ਹੋਰੀ ਮਤਵਾਜੀ ਜਥੇਦਾਰ, ਉਹਨਾਂ ਨੇ ਮਹੀਨੇ ਦਾ ਪਿੱਛੇ ਟਾਈਮ ਦਿੱਤਾ ਸੀ ਘੱਲੂਘਾਰਾ ਦਿਵਸ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ, ਜਦੋਂ ਉਹਨਾਂ ਨੇ ਆਪਣਾ ਸੰਦੇਸ਼ ਪੜ੍ਹਿਆ ਕੌਮ ਦੇ ਨਾਂ, ਵੱਖਰਾ ਸੰਦੇਸ਼ ਪੜ੍ਹਿਆ ਨਾ,
ਜਥੇਦਾਰ ਹਰਪ੍ਰੀਤ ਸਿੰਘ ਹੋਰਾਂ ਤੋਂ ਇਲਾਵਾ ਜਿਹੜਾ ਉਹਨਾਂ ਨੇ ਕਿਹਾ ਸੀ ਵੀ 1 ਮਹੀਨੇ ਦੇ ਵਿੱਚ ਜੇ ਕੋਈ ਫੈਸਲਾ ਨਾ ਹੋਇਆ ਇਹਨਾਂ ਗੋਲੀ ਕਾਂਡਾਂ ਬਾਰੇ, ਬੇਅਦਬੀ ਕਾਂਡ ਬਾਰੇ, ਤਾਂ ਅਸੀਂ ਦੁਬਾਰਾ ਸ਼ਾਂਤਮਈ ਧਰਨੇ ਸ਼ੁਰੂ ਕਰਾਂਗੇ। ਸੋ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਚੋਣਾਂ ਵੀ ਸਿਰ ਤੇ ਨੇ, ਇਸ ਮੁੱਦੇ ਨੂੰ ਲੈ ਕੇ ਇਹ ਬਾਕੀ ਮੁੱਦਿਆਂ 'ਚ ਇੱਕ ਮੁੱਦਾ ਇਹ ਵੀ ਸੀ ਬਿਲਕੁਲ ਭਈ ਜਿਹੜੇ ਕੋਟਕਪੂਰਾ ਬਰਗਾੜੀ ਕਲਾਂ ਵਾਲੇ ਜਿਹੜੇ ਕਾਂਡ ਨੇ ਉਹਨਾਂ ਦੀ ਜਾਂਚ ਕਰਵਾਈ ਜਾਏਗੀ ਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਇਸ ਕਰਕੇ ਜਿਹੜਾ ਦਬਾਅ ਵੀ ਹੈਗਾ ਮੌਜੂਦਾ ਹਾਕਮਾਂ ਤੇ। ਸੋ ਆਉਣ ਵਾਲਾ ਸਮਾਂ ਦੱਸੇਗਾ ਵੀ ਇਸ ਸਿੱਟ ਦੀ ਕੀ ਕਾਰਵਾਈ ਹੁੰਦੀ ਆ, ਕਿਹੜੇ ਕਿਹੜੇ ਲੋਕਾਂ ਨੂੰ ਸੱਦ ਕੇ ਉਹਨਾਂ ਦੇ ਬਿਆਨ ਲੈ ਜਾਂਦੇ ਆ, ਕੀ ਰਿਪੋਰਟ ਪੇਸ਼ ਕਰਦੀ ਆ ਤੇ ਕਿਹੜੇ ਲੋਕ ਜਿਹੜੇ ਆ ਉਹ ਦੋਸ਼ੀ ਸਿੱਧ ਹੁੰਦੇ ਨੇ। ਜੀ, ਜੇ ਅਸੀਂ ਗੱਲ ਕਰੀਏ ਕਿ ਵਿਧਾਨ ਸਭਾ ਚੋਣਾਂ ਜਿਹੜੀਆਂ ਨੇ ਬਹੁਤ ਨੇੜੇ ਆ ਰਹੀਆਂ ਨੇ, 2022 ਦੇ ਵਿੱਚ ਨੇ, ਉਹਨੂੰ ਲੈ ਕੇ ਬਹੁਤ ਹਲਚਲ ਹੁੰਦੀ ਨਜ਼ਰ ਆ ਰਹੀ ਹੈ ਤੇ ਸੁਣਨ ਦੇ ਵਿੱਚ ਆਇਆ ਕਿ ਨਵੀਂ ਪਾਰਟੀ ਬਣ ਰਹੀ ਹੈ ਪੰਜਾਬ ਦੇ ਵਿੱਚ। ਜੀ, ਪਾਰਟੀਆਂ ਤਾਂ ਦੇਖੋ ਨਿਤ ਦਿਹਾੜੇ ਜਿਹੜੀਆਂ ਉਹ ਬਣਦੀਆਂ ਨੇ। ਪਿੱਛੇ ਸ਼੍ਰੋਮਣੀ ਅਕਾਲੀ ਦਲ ਯੂਨਾਈਟਿਡ ਵੀ ਬਣਿਆ, ਕੋਈ ਢੀਂਡਸਾ ਟਰਾਂਸਪੋਰਟ ਵੀ ਉਹਨੂੰ ਕਹਿੰਦਾ ਜੀ। ਬ੍ਰਹਮਪੁਰਾ ਸਾਹਿਬ ਉਹਦੇ ਸਰਪ੍ਰਸਤ ਨੇ ਸੁਖਦੇਵ ਸਿੰਘ ਢੀਂਡਸਾ ਪ੍ਰਧਾਨ ਨੇ ਇਸ ਵੇਲੇ। ਪਿੱਛੇ ਜੇ ਉਹਨਾਂ ਨੇ ਆਪਣਾ ਜਥੇਬੰਦਕ ਢਾਂਚਾ ਜਿਹੜਾ ਉਹਦਾ ਵੀ ਐਲਾਨ ਕੀਤਾ। ਥੋਕ ਦੇ ਵਿੱਚ ਹੀ ਕਹਿ ਲਓ ਪਈ ਸਕੱਤਰ, ਜਨਰਲ ਸਕੱਤਰ ਤੇ ਮੀਤ ਪ੍ਰਧਾਨ ਬਣਾਏ ਹੈ ਜੀ। ਹੁਣ ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਕੱਲ ਚੰਡੀਗੜ੍ਹ ਦੇ ਵਿੱਚ ਉਹਦਾ ਐਲਾਨ ਹੋਇਆ ਹੈਗਾ ਜੀ। ਉੱਚ ਕੌਣ ਨੇ, ਸਾਬਕਾ ਫੌਜੀ ਹੈ, IAS ਅਫਸਰ ਨੇ, ਬੁੱਧੀਜੀਵੀ ਨੇ, ਔਰ ਉਹਨਾਂ ਨੇ ਦਲਬੀਰ ਸਿੰਘ ਸੋਢੀ ਹੋਰਾਂ ਨੂੰ ਆਪਣਾ ਸਰਪ੍ਰਸਤ ਬਣਾਇਆ। ਇਸੇ ਤਰ੍ਹਾਂ ਕੈਪਟਨ ਚੰਨਣ ਸਿੰਘ ਸਿੱਧੂ ਨੇ ਉਹ ਪ੍ਰਧਾਨ ਬਣੇ ਆ। ਸਾਬਕਾ IAS ਅਫਸਰ ਨੇ SR ਲੱਦੜ, ਸੰਤਰਾਮ ਲੱਦੜ ਹੋਰੀ, ਉਹਨਾਂ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਹੈਗਾ। ਕੱਲ ਉਹਦਾ ਐਲਾਨ ਹੋਇਆ। ਦੇਖੋ ਚੋਣਾਂ ਦੇ ਨੇੜੇ ਜਾ ਕੇ ਜਿਹੜੀਆਂ ਪਾਰਟੀਆਂ ਬਣਦੀਆਂ ਨਾ, ਉਹ ਆਮ ਤੌਰ ਤੇ ਵਕਤੀ ਲਾਹਾ ਜਾਂ ਲੈਣ ਲਈ ਬਣੀਆਂ ਪਾਰਟੀਆਂ ਲੱਗਦੀਆਂ ਰਹਿੰਦੀਆਂ ਲੋਕਾਂ ਨੂੰ ਵੀ ਭਾਈ ਹੁਣ ਇਹ ਇਕੱਠੇ ਹੋ ਗਏ ਆ ਵੀ ਸ਼ਾਇਦ ਕਿਤੇ ਜਿੱਤ ਜਾਈਏ, ਸ਼ਾਇਦ ਕੋਈ ਸੀਟ ਹੱਥ ਆ ਜਾਵੇ। ਇਸੇ ਤਰ੍ਹਾਂ ਗੱਠਜੋੜ ਹੁੰਦੇ ਨੇ, ਸਿਆਸੀ ਸਮੀਕਰਨਾਂ ਬਦਲਦੀਆਂ। ਸਾਬਕਾ ਜਿਹੜੇ ਨੌਕਰਸ਼ਾਹ ਨੇ IAS PCS, ਕੱਲ ਦੀ ਗੱਲ ਆ ਵੀ ਬਲਕਾਰ ਸਿੰਘ ਜਿਹੜੇ ਆ ਉਹ DCP ਹੁੰਦੇ ਸੀ, ਡਿਪਟੀ ਕਮਿਸ਼ਨਰ ਪੁਲਿਸ, ਜਲੰਧਰ ਵੀ ਰਹੇ ਹੈ ਜੀ। ਉਹ ਕੱਲ ਆਪ ਦੇ ਵਿੱਚ ਸ਼ਾਮਲ ਹੋਏ ਆ। ਅੱਜ SR ਲੱਦੜ ਹੋਰੀ ਬੜੇ ਪੰਜਾਬ ਦੇ ਮੰਨੇ ਪ੍ਰਮੰਨੇ ਚਿੰਤਕ ਵੀ ਆ। ਅਫਸਰੀ ਦੇ ਨਾਲ ਨਾਲ ਉਹਨਾਂ ਦੇ ਲੇਖ ਤੁਸੀਂ ਆਮ ਵੱਡੀਆਂ ਅਖਬਾਰਾਂ ਦੇ ਵਿੱਚ ਪੜ੍ਹਦੇ ਰਹੇ ਹੋਵੋਗੇ। ਦਲਿਤਾਂ ਦੇ ਮੁੱਦੇ ਉਠਾਉਂਦੇ ਆ, ਦੱਬਿਆਂ ਕੁਚਲਿਆਂ ਦੇ ਮੁੱਦੇ ਉਠਾਉਂਦੇ ਆ। ਪਰ ਜੇ ਤਾਂ ਇਹ ਪਾਰਟੀਆਂ ਚੱਲਦੀਆਂ ਰਹਿਣ, ਲੋਕ ਜੁੜਦੇ ਰਹਿਣ, ਸਰਗਰਮੀਆਂ ਬਰਕਰਾਰ ਰਹਿਣ, ਪਰ ਜੇ ਵਕਤੀ ਸਰਗਰਮੀਆਂ ਰੱਖਣੀਆਂ ਵੀ ਚੋਣਾਂ ਦੇ ਨੇੜੇ ਆਣ ਕੇ ਪਾਰਟੀ ਬਣਾ ਲਈ ਤੇ ਮੁੜ ਕੇ ਤੂੰ ਕੌਣ ਮੈਂ ਕੌਣ ਹੋ ਗਿਆ, ਆਪਣੇ ਆਪਣੇ ਬੰਦੇ ਐਡਜਸਟ ਕਰ ਲੈ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੀ। ਜਦੋਂ ਵੀ ਕੋਈ ਪਾਰਟੀ ਬਣਦੀ ਹੈ ਉਹਦੇ ਪਿੱਛੇ ਕਾਰਨ ਹੁੰਦੇ ਨੇ, ਉਹਦਾ ਇੱਕ ਇਤਿਹਾਸ ਹੁੰਦਾ, ਉਹਦੇ ਨਾਲ ਜੁੜੇ ਹੋਏ ਲੋਕਾਂ ਦੀ ਨਿੱਜੀ ਜ਼ਿੰਦਗੀ ਵੀ ਹੁੰਦੀ ਆ, ਸਮਾਜਿਕ ਜ਼ਿੰਦਗੀ ਵੀ ਹੁੰਦੀ ਹੈ, ਤੇ ਲੋਕਾਂ ਨੂੰ ਬਹੁਤ ਸਾਰੀ ਤਵੱਕੋ ਹੋ ਜਾਂਦੀ ਆ ਵੀ ਸ਼ਾਇਦ। ਦੇਖੋ ਪੰਜਾਬ ਇਸ ਵੇਲੇ ਬਦਲ ਚਾਹੁੰਦਾ। ਬਹੁਤ ਵਾਰ ਪੰਜਾਬ ਦੇ ਲੋਕਾਂ ਨੇ ਕਾਂਗਰਸ ਦਾ ਰਾਜ ਦੇਖ ਲਿਆ, ਜਨਤਾ ਪਾਰਟੀ ਦਾ ਵੀ ਰਾਜ ਦੇਖ ਲਿਆ। 1977 ਜਨਤਾ ਪਾਰਟੀ ਬਣਦੀ ਆ, ਜੂਨ 75 ਚ ਐਮਰਜੈਂਸੀ ਲੱਗਦੀ ਆ ਤੇ ਨਵੰਬਰ 77 ਤੱਕ ਲੱਗੀ ਰਹੀ ਆ। ਉਦੋਂ ਜਨਤਾ ਪਾਰਟੀ ਚ ਲੋਕ ਸ਼ਾਮਲ ਹੋ ਗਏ। ਰਵਾਇਤੀ ਪਾਰਟੀਆਂ, ਅਕਾਲੀ ਦਲ ਦੇ ਲੋਕ, ਕਾਂਗਰਸ ਦੇ ਲੋਕ ਜਨਤਾ ਪਾਰਟੀ ਸ਼ਾਮਲ ਹੋ ਗਏ। ਜਨਤਾ ਪਾਰਟੀ ਟੁੱਟੀ, ਮੁੜ ਕੇ ਕਾਂਗਰਸ ਵਾਲੇ ਕਾਂਗਰਸ ਚਲ ਗਏ, ਹੋਰ ਪਾਰਟੀਆਂ ਦੇ ਹੋਰ। ਸੋ ਇਹੋ ਜਿਹੀ ਜਿਹੜੀ ਵਕਤੀ ਲਾਹਾ ਲੈਣ ਦੀ ਜਿਹੜੀ ਆ ਲਾਲਸਾ ਨਹੀਂ ਹੋਣੀ ਚਾਹੀਦੀ। ਲੋਕਾਂ ਨਾਲ ਜੁੜੀਆਂ ਪਾਰਟੀਆਂ, ਆਮ ਲੋਕਾਂ ਦੀ ਗੱਲ ਕਰਨ ਵਾਲੀਆਂ ਪਾਰਟੀਆਂ ਨਾਲ ਹੀ ਲੋਕ ਜੁੜਦੇ ਆ। ਨਿਰਾਪੁਰਾ ਮਸਲ ਪਾਵਰ ਤੇ ਮਨੀ ਪਾਵਰ ਜਿਹੜੀ ਆ ਉਹ ਪਾਰਟੀਆਂ ਲਈ ਨਹੀਂ ਕੋਈ ਅਰਥ ਰੱਖਦੀ ਜਦ ਤੱਕ ਪਾਰਟੀ ਲੋਕਾਂ ਦੀ ਪਾਰਟੀ ਨਾ ਹੋਵੇ। ਪਾਰਟੀ ਨੂੰ ਕਾਡਰ ਵੀ ਚਾਹੀਦਾ ਹੁੰਦਾ, ਵੋਟਾਂ ਵੀ ਚਾਹੀਦੀਆਂ ਹੁੰਦੀਆਂ। ਬਿਲਕੁਲ ਜੀ। ਜੇ ਅਸੀਂ ਗੱਲ ਕਰ ਲਈਏ ਕੋਵਿਡ ਦੀ, ਕੋਵਿਡ ਦਾ ਦੌਰ ਚੱਲ ਰਿਹਾ ਸੀ
ਤਾਂ ਹੁਣ ਵੀ ਜੇ ਗੱਲ ਕਰੀਏ ਤਾਂ ਪਹਿਲਾਂ ਕੋਵਿਡ ਦੇ ਵਿੱਚ ਬਹੁਤ ਸਾਰੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਤੇ ਹੁਣ ਉਹਦੇ ਵਿੱਚ ਢਿੱਲ ਦਿਖਦੀ ਹੋਈ ਨਜ਼ਰ ਆ ਰਹੀ ਹੈ, ਉਹਦੇ ਤੇ ਤੁਸੀਂ ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਸੰਧੂ ਸਾਹਿਬਾ ਪਈ ਕੋਵਿਡ ਦੌਰ ਆਪਾਂ ਸਾਰਿਆਂ ਨੇ ਦੇਖਿਆ, ਕਰੋਨਾ ਕਾਲ ਕਹਿ ਲਓ। ਪਿਛਲੇ ਸਾਲ 22 ਮਾਰਚ 2020 ਨੂੰ ਜਿਹੜਾ ਆ ਪਾਬੰਦੀਆਂ ਸ਼ੁਰੂ ਹੋਈਆਂ ਸੀ, ਲਾਕਡਾਊਨ ਸ਼ੁਰੂ ਹੋਇਆ ਸੀ। ਲਾਕਡਾਊਨ ਨੇ ਬਹੁਤ ਸਾਰੇ ਲੋਕਾਂ ਦੀ ਨੌਕਰੀ ਗਵਾਈ, ਬਹੁਤ ਸਾਰੇ ਲੋਕਾਂ ਦੇ ਗਰੀਬਾਂ ਗੁਰਬਿਆਂ ਦੇ ਬਲਦੇ ਚੁੱਲ੍ਹੇ ਜਿਹੜੇ ਉਹ ਠੰਡੇ ਕੀਤੇ ਔਰ ਨੌਕਰੀਆਂ ਗਈਆਂ, ਕਿੰਨਾ ਕੁਛ ਹੋਇਆ, ਬਹੁਤ ਸਾਰੀਆਂ ਮੌਤਾਂ ਦੇਖੀਆਂ। ਹੁਣ ਹੌਲੀ ਹੌਲੀ ਦੌਰ ਬਦਲ ਰਿਹਾ, ਦੂਜਾ ਦੌਰ ਵੀ ਆਣ ਕੇ ਚਲੇ ਗਿਆ। ਸ਼ਾਇਦ ਮਈ ਮਹੀਨਾ ਜਿਹੜਾ ਹੈ ਉਸ ਦੌਰ ਦਾ ਸਭ ਤੋਂ ਸਰਗਰਮ ਲਹਿਰ ਦਾ ਦੌਰ ਸੀਗਾ ਔਰ ਜਲੰਧਰ ਔਰ ਲੁਧਿਆਣਾ ਵਰਗੇ ਜ਼ਿਲ੍ਹਿਆਂ ਦੇ ਵਿੱਚ ਬੜਾ ਜਾਨੀ ਨੁਕਸਾਨ ਹੋਇਆ ਲੋਕਾਂ ਦਾ ਜੀ। ਤੇ ਹੁਣ ਟਾਵੇਂ ਕੇਸ, ਸਰਕਾਰ ਫਿਰ ਸਮੀਖਿਆ ਸਮੇਂ ਕਰਦੀ ਰਹਿੰਦੀ ਆ। ਹੁਣ ਕੀ ਆ ਵੀ ਜਿਮ, ਢਾਬੇ, ਰੈਸਟੋਰੈਂਟ ਔਰ ਜਿਹੜੇ ਕਹਿ ਲਓ ਵੀ ਸਿਨੇਮਾ ਵਗੈਰਾ ਆ, ਇਹ 50% ਅੱਧੀ ਸਮਰੱਥਾ ਦੇ ਨਾਲ ਖੁੱਲਣਗੇ। ਮੰਨ ਲਓ ਜੇ 100 ਬੰਦਾ ਜਾਂਦਾ ਤੇ ਹੁਣ ਉੱਥੇ 50 ਜਾ ਸਕਣਗੇ। ਇਸੇ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਿਹੜਾ ਇਹਨਾਂ ਦਾ ਸਟਾਫ ਆ, ਉਹਨਾਂ ਦੇ ਘੱਟੋ ਘੱਟ 1 ਡੋਜ਼ ਵੈਕਸੀਨੇਸ਼ਨ ਦੀ ਲੱਗੀ ਹੋਣੀ ਚਾਹੀਦੀ ਹੈਗੀ ਜੀ, ਤਾਂ ਉਹ ਜਿਹੜਾ ਕੰਮ ਕਰਨਗੇ। ਇਸੇ ਤਰ੍ਹਾਂ ਸਮਾਜਿਕ ਇਕੱਠ ਨੇ ਉੱਥੇ ਹੁਣ 50 ਬੰਦੇ ਕਰ ਦਿੱਤੇ ਆ, ਖੁਸ਼ੀ ਗਮੀ ਦੇ ਵਿੱਚ 50 ਬੰਦੇ ਆ ਸਕਣਗੇ। ਇਸ ਤਰ੍ਹਾਂ ਜਿਹੜਾ ਰਾਤ ਦਾ ਕਰਫਿਊ ਸੀਗਾ, ਅੱਗੇ ਰੋਜ਼ ਲੱਗਦਾ ਸੀਗਾ, ਹੁਣ ਵੀ ਉਹ ਜਾਰੀ ਰਹੇਗਾ। 8 ਤੋਂ ਰਾਤ ਦੇ 8 ਵਜੇ ਤੋਂ ਸਵੇਰ ਦੇ 5 ਵਜੇ ਤੱਕ ਜਾਰੀ ਰਹੇਗਾ। ਕਿਤੇ ਜਿਹੜੀ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਆ, ਪ੍ਰਸ਼ਾਸਨ ਆ, ਉਹ ਆਪਣੇ ਪੱਧਰ ਤੇ ਐਤਵਾਰ ਨੂੰ ਵੀ ਦੁਕਾਨਾਂ ਖੋਲ ਸਕਦੀ ਹੈ ਜੀ। ਪਰ ਜਿਹੜਾ ਵੀਕਐਂਡ ਕਰਫਿਊ ਸੀਗਾ ਉਹ ਹੁਣ ਸ਼ਨੀਚਰ ਐਤਵਾਰ ਦੀ ਬਜਾਏ ਸ਼ਨੀਚਰਵਾਰ ਰਾਤ ਤੋਂ ਲੈ ਕੇ ਸੋਮਵਾਰ ਸਵੇਰ ਤੱਕ ਜਿਹੜਾ ਉਹ ਪਹਿਲਾਂ ਵਾਂਗ ਹੀ ਜਾਰੀ ਰਹੇਗਾ ਜੀ। ਪਰ ਹਰ ਥਾਂ, ਹਰ ਇਕੱਠ ਦੇ ਵਿੱਚ ਕੋਵਿਡ ਦੇ ਨਿਯਮਾਂ ਦੀ ਪਾਲਣਾ, ਜਿਸ 'ਚ ਮਾਸਕ, ਸਮਾਜਿਕ ਦੂਰੀ, ਇੱਕ ਦੂਸਰੇ ਤੋਂ ਹਟ ਕੇ ਬਹਿਣਾ, ਗੱਲ ਕਰਨੀ, ਉਹ ਉਸੇ ਤਰ੍ਹਾਂ ਜਾਰੀ ਰਹੇਗਾ ਜੀ। ਇਸੇ ਤਰ੍ਹਾਂ ਜਿਹੜੀਆਂ AC ਬੱਸਿਸ ਨੇ ਉਹ ਵੀ ਜਿਹੜਾ ਅੱਧੀ ਸਮਰੱਥਾ ਦੇ ਨਾਲ ਔਰ ਦੂਸਰੇ ਜਿਹੜਾ ਟਰਾਂਸਪੋਰਟ ਉਹ ਵੀ ਇਸ ਤਰ੍ਹਾਂ ਚੱਲ ਸਕੇਗੀ। ਸੋ ਇਹਨਾਂ ਪਾਬੰਦੀਆਂ ਦੇ ਨਾਲ ਥੋੜ੍ਹਾ ਜਿਹਾ ਲੋਕਾਂ ਨੂੰ ਰਾਹਤ ਮਹਿਸੂਸ ਹੋਈ ਆ, ਕਿਉਂਕਿ ਕੰਮ ਧੰਦੇ ਬੰਦ ਹੋ ਗਏ। ਗਰੀਬਾਂ ਗੁਰਬਿਆਂ ਲਈ ਖਾਸ ਕਰਕੇ ਬਹੁਤ ਇਹ ਔਖਾ ਦੌਰ ਜਿਹੜਾ ਸਾਲ ਤੋਂ ਉੱਤੇ ਹੋ ਗਿਆ। ਮਾਰਚ ਤੋਂ ਮਾਰਚ ਹੁਣ ਜਿਹੜਾ ਜੂਨ ਆ ਉਹ ਵੀ ਅੱਧਾ ਲੰਘ ਗਿਆ। ਸੋ ਇਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੁਦਰਤ ਕਰੇ ਵੀ ਇਸ ਕਰੋਪੀ ਦੀ ਤੀਸਰੀ ਲਹਿਰ ਤੋਂ ਆਪਾਂ ਬਚ ਜਾਈਏ ਤੇ ਹੋਰ ਜਿਹੜਾ ਜਾਨੀ ਨੁਕਸਾਨ ਨਾ ਹੋਵੇ, ਆਰਥਿਕਤਾ ਦੀ ਗੱਡੀ ਵੀ ਲੀਹ ਤੇ ਆਵੇ ਤੇ ਲੋਕਾਂ ਦੀ ਜ਼ਿੰਦਗੀ ਜਿਹੜੀ ਆਮ ਵਰਗੀ ਹੋਵੇ। ਤੁਸੀਂ ਬਣੇ ਹੋਏ ਹੋ ਖਬਰ ਜੰਕਸ਼ਨ ਪ੍ਰੋਗਰਾਮ ਦੇ ਵਿੱਚ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਮੁੜ ਚਰਚਾ ਕਰਾਂਗੇ ਇਹਨਾਂ ਖਬਰਾਂ ਦੇ ਉੱਤੇ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਤੱਖਰ ਅਰਜਨ ਕੇਅਰ ਐਂਡ ਫੈਮਿਲੀ ਮੈਡੀਸਨ, ਡਾਕਟਰ ਪਰਮਜੀਤ ਸਿੰਘ ਤੱਖਰ MD, ਜੋ ਹਮੇਸ਼ਾ ਤੁਹਾਡੀ ਸੇਵਾ ਵਿੱਚ ਹਾਜ਼ਰ ਰਹਿੰਦੇ ਨੇ। ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਕਰਾਉਣ ਲਈ ਸੈਕਰਾਮੈਂਟੋ ਦੇ ਤਜਰਬੇਕਾਰ ਡਾਕਟਰ ਪਰਮਜੀਤ ਸਿੰਘ ਤੱਖਰ MD ਨਾਲ ਸੰਪਰਕ ਕਰੋ। ਇਹ ਤੁਹਾਡੀ ਗੱਲ ਬੜੇ ਧਿਆਨ ਨਾਲ ਸੁਣਦੇ ਨੇ ਤੇ ਭਰੋਸੇਯੋਗ ਇਲਾਜ ਕਰਦੇ ਨੇ। ਪੰਜਾਬੀਆਂ 'ਚ ਹਰਮਨ ਪਿਆਰੇ ਡਾਕਟਰ ਪਰਮਜੀਤ ਸਿੰਘ ਤੱਖਰ ਹਰ ਤਰ੍ਹਾਂ ਦੀ ਇੰਸ਼ੋਰੈਂਸ ਵੀ ਲੈਂਦੇ ਨੇ। ਇਹ ਪੰਜਾਬੀ, ਹਿੰਦੀ ਤੇ ਇੰਗਲਿਸ਼ ਵਿੱਚ ਗੱਲ ਕਰਦੇ ਨੇ। ਪਰਮਜੀਤ ਸਿੰਘ ਤੱਖਰ DOT, non-DOT ਫਿਜ਼ੀਕਲਸ, ਬ੍ਰੈਥ ਐਲਕੋਹਲ ਟੈਸਟਿੰਗ, ਪ੍ਰੀ-ਇੰਪਲੋਇਡ ਫਿਜ਼ੀਕਲ ਆਦਿ ਦੀਆਂ ਸੇਵਾਵਾਂ ਵੀ ਦਿੰਦੇ ਨੇ। ਹਮੇਸ਼ਾ ਯਾਦ ਰੱਖੋ, ਸੈਕਰਾਮੈਂਟੋ ਦੇ ਮਸ਼ਹੂਰ ਡਾਕਟਰ ਪਰਮਜੀਤ ਸਿੰਘ ਤੱਖਰ। ਅੱਜ ਹੀ ਆਪਣੀ ਅਪਾਇੰਟਮੈਂਟ ਬਣਾਓ। We accept medical card and cash pay। ਅੱਜ ਹੀ ਫੋਨ ਕਰੋ 916 688 88 88 916 688 8888 8191 Timberlake Way, 400 Sacramento, California 95823। ਖਬਰ ਜੰਕਸ਼ਨ ਪ੍ਰੋਗਰਾਮ ਦੇ ਵਿੱਚ ਮੁੜ ਤੋਂ ਸਵਾਗਤ ਹੈ।
ਜੇ ਅਸੀਂ ਵੈਕਸੀਨੇਸ਼ਨ ਦੀ ਗੱਲ ਕਰ ਲਈਏ ਤਾਂ ਵੈਕਸੀਨੇਸ਼ਨ ਜਿਹੜੀ ਹੈ ਕੋਵਿਡ ਦੇ ਵਿੱਚ ਬਹੁਤ ਵੱਡੀ ਰਾਹਤ ਵੇਖਣ ਨੂੰ ਮਿਲੀ ਹੈ, ਪਰ ਅਕਾਲੀ ਤੇ ਜਿਹੜੇ ਬਸਪਾ ਦੇ ਵਰਕਰ ਨੇ ਉਹਨਾਂ ਨੇ ਵੈਕਸੀਨੇਸ਼ਨ ਘੁਟਾਲੇ ਦਾ ਇੱਕ ਜਿਹੜਾ ਧੱਬਾ ਲਾਇਆ ਹੈ ਕੈਪਟਨ ਜੀ ਤੇ, ਉਹਨਾਂ ਨੂੰ ਲੈ ਕੇ ਉਹਨਾਂ ਨੇ ਫਾਰਮ ਹਾਊਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ ਤੇ ਕੀ ਕਹਿਣਾ ਚਾਹੋਗੇ? ਅੱਜ ਕੱਲ ਪੰਜਾਬ ਸਰਕਾਰ ਦੇ ਖਿਲਾਫ ਕਾਫੀ ਪ੍ਰਦਰਸ਼ਨ ਹੋ ਰਹੇ ਆ, ਰੋਸ ਵਿਖਾਵੇ, ਮੁਜ਼ਾਹਰੇ, ਧਰਨੇ ਜੀ, ਜਿਨ੍ਹਾਂ 'ਚ ਮੋਟੇ ਤੌਰ ਤੇ ਪਿੱਛੇ ਜਿਹੇ ਸਭ ਤੋਂ ਪਹਿਲਾਂ ਤੇ ਆ ਵੀ ਜਿਹੜਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਲਿਤ ਵਿਦਿਆਰਥੀਆਂ ਲਈ ਉਹਦਾ ਰੌਲਾ ਪਿਆ ਵੀ ਸਰਕਾਰ ਉਹ ਖਾ ਗਈ ਆ, ਟਾਈਮ ਸਿਰ ਪਹੁੰਚਾ ਨਹੀਂ, ਬੱਚਿਆਂ ਨੂੰ ਰੋਲ ਨੰਬਰ ਨਹੀਂ ਮਿਲਦੇ, ਉਹਨਾਂ ਦਾ ਭਵਿੱਖ ਤਬਾਹ ਹੋ ਰਿਹਾ ਜੀ। ਉਸ ਪਿੱਛੋਂ ਜਿਹੜੇ ਵੈਕਸੀਨੇਸ਼ਨ ਦੀਆਂ ਡੋਜ਼ਸ ਆਈਆਂ ਵੀ ਉਹ ਪ੍ਰਾਈਵੇਟ ਅਦਾਰਿਆਂ ਨੂੰ ਸਰਕਾਰ ਨੇ ਮਹਿੰਗੇ ਭਾਅ ਵੇਚ ਦਿੱਤੀਆਂ, ਉਹ ਰੌਲਾ ਰੱਪਾ ਪਿਆ। ਫਿਰ ਫਤਿਹ ਕਿੱਟਾਂ ਜਿਹੜੀਆਂ ਆ ਜਿਹੜੀ ਘਰ ਦੇ ਵਿੱਚ ਕਰੋਨਾ ਮਰੀਜ਼ਾਂ ਨੂੰ ਦਿੱਤੀ ਜਾਂਦੀ ਆ, ਇਹ ਘੁਟਾਲੇ ਘਪਲੇ ਇਹਨਾਂ ਦਾ ਰੌਲਾ ਰੱਪਾ ਪਿਆ। ਬਸਪਾ ਤੇ ਅਕਾਲੀਆਂ ਦੀ ਨਵੀਂ ਭਿਆਲੀ ਪਈ ਆ ਸੁੱਖ ਨਾਲ ਸਦੀ ਦੇ ਚੌਥੇ ਹਿੱਸੇ ਪਿੱਛੋਂ, ਤੇ ਅੱਜ ਕੱਲ ਉਹ ਸਰਗਰਮੀਆਂ ਵਾਵਾ ਜੀ। ਸਿਸਵਾਂ ਪਿੰਡ ਦਾ ਨਾਂ ਆ, ਸਿਸਵਾਂ ਨਦੀ ਆ ਅਸਲ 'ਚ ਇੱਕ। ਸਿਸਵਾਂ ਚੰਡੀਗੜ੍ਹ ਦੇ ਨੇੜੇ ਪੈਂਦਾ, ਜ਼ਿਲ੍ਹਾ ਰੋਪੜ ਹੈ, ਕਰਾਲੀ ਨੇੜੇ ਕਹਿ ਲਓ। ਉੱਥੇ ਰਾਜਾ ਸਾਹਿਬ ਦਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਫਾਰਮ ਹਾਊਸ ਆ, ਤੇ ਆ ਬਹੁਤਾ ਉਹਨਾਂ ਨੇ ਕਹਿੰਦੇ ਆ ਵੀ ਕੋਵਿਡ ਕਾਲ ਉੱਥੇ ਹੀ ਲੰਘਾਇਆ ਹੈਗਾ। ਘੱਟੇ ਹੀ ਉਹ ਪਟਿਆਲੇ ਵੀ ਗਏ ਆ ਤੇ ਚੰਡੀਗੜ੍ਹ ਆਪਣੇ ਦਫ਼ਤਰ ਵੀ ਨਹੀਂ ਗਏ। ਸੋ ਕੱਲ ਬਸਪਾ ਤੇ ਅਕਾਲੀ ਦਲ ਨੇ, ਸ਼੍ਰੋਮਣੀ ਅਕਾਲੀ ਦਲ ਨੇ ਸੁਖਬੀਰ ਸਿੰਘ ਹੋਰੀ, ਜਸਵੀਰ ਸਿੰਘ ਗੜੀ ਜਿਹੜੇ ਬਸਪਾ ਦੇ ਪੰਜਾਬ ਦੇ ਪ੍ਰਧਾਨ ਨੇ, ਵਿਕਰਮ ਮਜੀਠੀਆ ਹੋਰੀ, ਇਹਨਾਂ ਨੇ ਵਰਕਰਾਂ ਸਮੇਤ ਜਿਹੜਾ ਸਿਸਵਾਂ ਫਾਰਮ ਹਾਊਸ ਆ ਕੈਪਟਨ ਸਾਹਿਬ ਦਾ, ਉਹਨੂੰ ਘੇਰਨ ਦਾ ਯਤਨ ਕੀਤਾ ਜੀ। ਹਲਕਾ ਲਾਠੀ ਚਾਰਜ ਕੀਤਾ ਪੁਲਿਸ ਨੇ, ਪੁਲਿਸ ਕਰਦੀ ਹੁੰਦੀ ਆ ਜੀ, ਹਾਕਮ ਆ ਉਹ ਵਿਰੋਧੀ ਧਿਰ ਆ, ਔਰ ਜਲ ਤੋਪਾਂ ਛੱਡੀਆਂ। ਫਿਰ ਇਹ ਦੂਸਰੀ ਵਾਰ ਆ ਵੀ ਪਿਛਲੇ ਦਿਨੀ ਅੰਬ ਸਾਹਿਬ ਗੁਰਦੁਆਰੇ ਜਦੋਂ ਇਹਨਾਂ ਨੇ ਮੁਜ਼ਾਹਰਾ ਕੀਤਾ ਸੀ ਸ਼੍ਰੋਮਣੀ ਅਕਾਲੀ ਦਲ ਨੇ ਕੈਪਟਨ ਸਾਹਿਬ ਦੇ ਖਿਲਾਫ, ਉਦੋਂ ਦਲਜੀਤ ਸਿੰਘ ਚੀਮਾ ਤੇ ਸੁਖਬੀਰ ਬਾਦਲ ਹੋਰਾਂ ਦੇ ਖਿਲਾਫ ਉੱਥੇ ਵੀ ਕੇਸ ਦਰਜ ਕਰਵਾਏ ਵੀ ਇਹ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਰਹੇ ਆ ਤੇ ਆਪਣੇ ਸਿਆਸੀ ਹਿੱਤਾਂ ਲਈ ਤੋਂ ਪ੍ਰੇਰਿਤ ਇਹਨਾਂ ਦਾ ਸਾਰਾ ਜਿਹੜਾ ਇਹ ਪ੍ਰਦਰਸ਼ਨ ਹੈਗਾ ਜੀ, ਲੋਕਾਂ ਨੂੰ ਨਾਲ ਜੋੜਨਾ ਚਾਹੁੰਦੇ ਆ। ਤੇ ਇਹ ਸਮਝ ਲਓ ਵੀ ਥੋੜੇ ਜਿਹੇ ਅਰਸੇ ਬਾਅਦ ਦੂਸਰੀ ਵਾਰ ਕੇਸ ਦਰਜ ਹੋਏ ਆ ਵੀ ਕੱਲ ਜਸਵੀਰ ਸਿੰਘ ਗੜੀ, ਵਿਕਰਮ ਮਜੀਠੀਆ, ਸੁਖਬੀਰ ਸਿੰਘ ਬਾਦਲ ਹੋਰਾਂ ਸਮੇਤ 30 ਆਗੂਆਂ ਤੇ 300 ਜਿਹੜੇ ਹੋਰ ਵਰਕਰ ਨੇ ਜਾਂ ਸੀਨੀਅਰ ਜੂਨੀਅਰ ਆ, ਉਹਨਾਂ ਦੇ ਖਿਲਾਫ ਕੱਲ ਪਰਚੇ ਦਰਜ ਕੀਤੇ ਗਏ ਆ। ਔਰ ਉਹਨਾਂ ਨੂੰ ਜਿਹੜਾ ਆ ਬੈਰੀਕੇਡ ਜਦੋਂ ਇਹ ਤੋੜ ਕੇ ਇਹਨਾਂ ਨੇ ਲੰਘਣ ਦਾ ਯਤਨ ਕੀਤਾ ਤੇ ਗ੍ਰਿਫਤਾਰੀਆਂ ਵੀ ਹੋਈਆਂ ਜੀ। ਸੋ ਦੇਖੋ ਸਰਕਾਰਾਂ ਜਿਹੜੀਆਂ ਆ ਉਹਨਾਂ ਦੀ ਆਲੋਚਨਾ ਵੀ ਹੋਣੀ ਹੁੰਦੀ ਆ, ਉਹਨਾਂ ਦਾ ਵਿਰੋਧ ਵੀ ਹੋਣਾ ਹੁੰਦਾ ਜੀ, ਤੇ ਪਰ ਜਿਸ ਤਰ੍ਹਾਂ ਦਾ ਇਸ ਵੇਲੇ ਸਰਕਾਰ ਦਾ ਰਵੱਈਆ ਆ, ਨੌਜਵਾਨ ਟੈਂਕੀਆਂ ਤੇ ਚੜ੍ਹ ਰਹੇ ਆ, ਲੋਕ ਆਪਣੀਆਂ ਮੰਗਾਂ ਮਨਵਾਉਣ ਲਈ ਟੈਂਕੀਆਂ ਤੇ ਚੜ੍ਹਦੇ ਆ, ਠੀਕ ਹੈ, ਧਰਨੇ ਮੁਜ਼ਾਹਰੇ ਚੱਲਦੇ ਆ। ETT ਟੈਟ ਪਾਸ ਵਿਦਿਆਰਥੀ ਮੋਤੀ ਮਹਿਲ ਘੇਰਨ ਤੁਰੇ ਹੋਏ ਸੀ ਪਰਸੋਂ, ਉਹਨਾਂ ਤੇ ਲਾਠੀ ਚਾਰਜ ਕਰਕੇ ਹਟੀ ਆ। ਜਦੋਂ ਹਾਕਮ ਇਸ ਤਰ੍ਹਾਂ ਦੀ ਸਖਤੀ ਤੇ ਆ ਜਾਣ ਨਾ, ਤੇ ਕਈ ਵਾਰੀ ਦੇਖਣ ਚ ਆਇਆ, ਕਈ ਵਾਰੀ ਨਹੀਂ, ਅਕਸਰ ਲੋਕ ਜਿਹੜੇ ਆ ਉਹ ਉਹਨਾਂ ਨੂੰ ਤਖਤੋਂ ਤਾਜੋਂ ਲਾ ਦਿੰਦੇ ਨੇ। ਸੋ ਮੈਨੂੰ ਏਦਾਂ ਲੱਗਦਾ ਵੀ ਜਿਹੜੀ ਮੌਜੂਦਾ ਸਥਿਤੀ ਆ, ਕੈਪਟਨ ਸਰਕਾਰ ਬਹੁਤ ਸਾਰੇ ਮੁੱਦਿਆਂ 'ਚ ਘਿਰੀ ਹੋਈ ਆ, ਜਿਨ੍ਹਾਂ ਮੁੱਦਿਆਂ ਨੂੰ ਲੈ ਕੇ ਆਧਾਰ ਬਣਾ ਕੇ ਲੋਕਾਂ ਤੋਂ ਵੋਟਾਂ ਮੰਗੀਆਂ ਸੀ, ਉਹ ਮੁੱਦੇ 5 ਸਾਲਾਂ 'ਚ ਹੱਲ ਨਹੀਂ ਹੋਏ, ਉਹ ਉੱਥੇ ਦੇ ਉੱਥੇ ਖੜੇ ਆ। ਨਸ਼ਿਆਂ ਦਾ ਮੁੱਦਾ ਲੈ ਲਓ, ਟਰਾਂਸਪੋਰਟ ਮਾਫੀਏ ਦਾ ਮੁੱਦਾ ਲੈ ਲਓ, ਰੇਤ ਮਾਫੀਏ ਦਾ ਮੁੱਦਾ ਲੈ ਲਓ, ਬੇਰੁਜ਼ਗਾਰੀ ਦਾ ਮੁੱਦਾ ਲੈ ਲਓ, ਉਹ ਸਾਰੇ ਮੁੱਦੇ ਅਜੇ ਵੀ ਉੱਥੇ ਖੜੇ ਨੇ। ਔਰ ਸਭ ਤੋਂ ਵੱਡਾ ਮੁੱਦਾ ਜਿਹੜਾ ਬਰਗਾੜੀ ਕਲਾਂ ਕੋਟਕਪੂਰਾ ਗੋਲੀਕਾਂਡ ਬਾਰੇ ਸੀ, ਉਹ ਵੀ ਅਜੇ ਉੱਥੇ ਖੜਾ। ਔਰ ਕਿਹਾ ਜਾਂਦਾ ਵੀ ਸਰਕਾਰ ਦੀ ਢਿੱਲ ਕਰਕੇ ਜਿਹੜੇ ਸਰਕਾਰੀ ਵਕੀਲ ਨੇ ਉਹਨਾਂ ਨੇ ਕੇਸ ਨੂੰ ਉਸ ਢੰਗ ਨਾਲ ਨਹੀਂ ਲੜਿਆ ਹਾਈ ਕੋਰਟ 'ਚ ਜਿਵੇਂ ਲੜਨਾ ਚਾਹੀਦਾ ਸੀ। ਕੈਪਟਨ ਸਰਕਾਰ ਦੀ ਅੰਦਰੋਂ ਵੀ ਆਲੋਚਨਾ ਹੋ ਰਹੀ ਆ ਤੇ ਆਉਣ ਵਾਲੇ ਸਮੇਂ 'ਚ ਦੇਖੋ ਕੀ ਬਣਦਾ ਹੈਗਾ। ਕੱਲ ਜਿਹੜਾ ਆ ਅਕਾਲੀ ਬਸਪਾ ਵਰਕਰਾਂ ਨੂੰ ਉਹਨਾਂ ਨੇ ਖਦੇੜ ਦਿੱਤਾ ਸੀ ਤੇ ਆਉਣ ਵਾਲੇ ਸਮੇਂ 'ਚ ਉਹਨਾਂ ਦਾ ਦੇਖੋ ਕੀ ਐਕਸ਼ਨ ਪਲਾਨ ਆ ਤੇ ਸਰਕਾਰ ਦੇਖੋ ਕੀ ਕਰਦੀ ਹੈਗੀ ਆ ਜੀ। ਦਿੱਲੀ ਦੇ ਵਿੱਚ ਪਿਛਲੇ ਸਾਲ ਦੰਗੇ ਹੋਏ ਜੀ, ਹੁਣ
ਸਰਕਾਰ ਨੇ ਕੁਝ ਜ਼ਮਾਨਤਾਂ ਦਿੱਤੀਆਂ ਨੇ ਜੀ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਦੇਖੋ ਪਿਛਲੇ ਸਾਲ ਨਾ ਦਿੱਲੀ 'ਚ, ਉੱਤਰ ਪੂਰਬੀ ਦਿੱਲੀ 'ਚ ਦੰਗੇ ਹੋਏ ਸੀ ਔਰ ਉੱਥੇ ਜਵਾਹਰ ਲਾਲ ਯੂਨੀਵਰਸਿਟੀ ਦਿੱਲੀ ਦੀਆਂ ਵਿਦਿਆਰਥਣਾਂ, ਇੱਕ ਪਿੰਜਰਾ ਤੋੜ ਗਰੁੱਪ ਹੈ ਵਿਦਿਆਰਥੀਆਂ ਦਾ, ਉਹਦੀਆਂ ਮੈਂਬਰਾਂ ਨਤਾਸ਼ਾ ਨਰਵਾਲ, ਇਸੇ ਤਰ੍ਹਾਂ ਦੇਵਾਂਗਨਾ ਕਲੀਤਾ ਨਾਂ ਦੀ ਬੱਚੀ ਹੈ, ਇਹ ਫਿਰ ਜਾਮੀਆ ਮਿਲੀਆ ਯੂਨੀਵਰਸਿਟੀ ਦੇ ਆਸਫ ਇਕਬਾਲ ਤਨਹਾ, ਇਹ 3 ਆਗੂ ਜਿਹੜੇ ਆ ਇਹ ਫੜ ਕੇ ਸਰਕਾਰ ਨੇ ਅੰਦਰ ਕੀਤੇ ਹੋਏ ਸੀ। ਦਿੱਲੀ ਹਾਈ ਕੋਰਟ ਦੇ ਜੱਜਸ ਨੇ ਆਪਣੇ ਫੈਸਲੇ 'ਚ ਕਿਹਾ ਕਿ ਸਰਕਾਰ ਨੇ ਜਿਹੜੀ ਵਿਰੋਧੀ ਸੁਰਾਂ ਦਬਾਉਣ ਦੀ ਆਪਣੀ ਤਾਂਘ ਆ ਨਾ, ਉਹ ਪੂਰੀ ਕਰਨ ਲਈ ਨਾ ਰੋਸ ਵਿਖਾਵਿਆਂ ਤੇ ਜਿਹੜੇ ਰੋਸ ਵਿਖਾਵਿਆਂ ਦਾ ਅਧਿਕਾਰ ਜਿਹੜਾ ਤੇ ਦਹਿਸ਼ਤੀ ਸਰਗਰਮੀਆਂ ਜਿਹੜੀਆਂ ਉਹਦੇ ਵਿਚਕਾਰ ਜਿਹੜੀ ਲਕੀਰ ਹੁੰਦੀ ਆ ਨਾ, ਉਹਨੂੰ ਧੁੰਦਲਾ ਕਰ ਦਿੱਤਾ ਆਪਣੇ ਫਾਇਦੇ ਲਈ। ਇਸ ਕਰਕੇ ਉਹਨਾਂ ਨੂੰ ਜ਼ਮਾਨਤ ਦਿੱਤੀ ਆ ਵਿਦਿਆਰਥੀਆਂ ਨੂੰ। ਵੀ ਸਰਕਾਰ, ਤੁਸੀਂ ਮੇਰੀ ਗੱਲ ਨੂੰ ਸਮਝ ਗਏ ਹੋਵੋਗੇ ਜੀ ਜੀ ਜੀ, ਵੀ ਇੱਕ ਰੋਸ ਵਿਖਾਵਾ ਹੁੰਦਾ ਸਰਕਾਰ ਦੇ ਵਿਰੋਧ ਦੇ ਵਿੱਚ, ਸਰਕਾਰ ਦੀਆਂ ਨੀਤੀਆਂ, ਸਰਕਾਰ ਜੋ ਕੁਝ ਕਰ ਰਹੀ ਆ, ਜਿਹੜਾ ਕੋਈ ਲੋਕ ਹਿੱਤੂ ਕੰਮ ਨਹੀਂ, ਉਹਦੇ ਖਿਲਾਫ ਮੁਜ਼ਾਹਰੇ ਹੋਣੇ ਆ। ਔਰ ਦਹਿਸ਼ਤਗਰਦੀ ਸਰਗਰਮੀ, ਅਦਾਲਤ ਕਹਿੰਦੀ ਆ ਵੀ ਉਹਦੇ ਵਿਚਕਾਰ ਜਿਹੜੀ ਇੱਕ ਲਕੀਰ ਹੁੰਦੀ ਆ ਨਾ, ਵੀ ਆਹ ਦਹਿਸ਼ਤਗਰਦੀ ਸਰਗਰਮੀਆਂ ਤੇ ਆਹ ਰੋਸ ਵਿਖਾਵਾ ਆ, ਉਹ ਸਰਕਾਰ ਨੇ ਧੁੰਦਲੀ ਕਰ ਦਿੱਤੀ ਹੈਗੀ ਆ। ਸੋ ਇਸ ਕਰਕੇ ਵਿਦਿਆਰਥੀਆਂ ਨੂੰ ਜ਼ਮਾਨਤ ਮਿਲੀ ਆ ਔਰ ਮੈਂ ਸਮਝਦਾ ਵੀ ਉਹਨਾਂ ਦੰਗਿਆਂ ਲਈ ਦਿੱਲੀ ਦੇ ਉੱਤਰੀ ਪੂਰਬੀ ਦਿੱਲੀ 'ਚ ਜਿਹੜੇ ਪਿਛਲੇ ਸਾਲ ਫਰਵਰੀ 'ਚ ਹੋਏ ਸੀ, ਇਹ ਵਿਦਿਆਰਥੀਆਂ ਦੀ ਇੱਕ ਜਿੱਤ ਦੇ ਰੂਪ ਦੇ ਵਿੱਚ ਮੈਂ ਸਮਝਦਾ, ਸੰਘਰਸ਼ਸ਼ੀਲ ਲੋਕਾਂ ਦੀ ਜਿੱਤ ਸਮਝਦਾ, ਜਿਹੜੀ ਦਿੱਲੀ ਹਾਈ ਕੋਰਟ ਨੇ ਕੱਲ ਇਹਨਾਂ ਨੂੰ ਜ਼ਮਾਨਤ ਦਿੱਤੀ ਆ। ਆਏ ਦਿਨ ਕੋਈ ਨਾ ਕੋਈ ਨਵੀਂ ਖਬਰ ਆਉਂਦੀ ਹੈ ਕਿ ਭਾਜਪਾ ਆਗੂ ਨੂੰ ਇੱਥੇ ਘੇਰ ਲਿਆ, ਭਾਜਪਾ ਆਗੂ ਨੂੰ ਉੱਥੇ ਘੇਰ ਲਿਆ। ਸੋ ਕੱਲ ਵੀ ਇੱਕ ਭਾਜਪਾ ਆਗੂ ਨੂੰ ਘੇਰਿਆ ਗਿਆ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਦੇਖੋ, ਇਹ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਭਈ ਇਹ ਧਰਨਿਆਂ, ਪ੍ਰਦਰਸ਼ਨਾਂ, ਘਿਰਾਓ ਦਾ ਦੌਰ ਚੱਲ ਰਿਹਾ ਸੂਬੇ ਦੇ ਵਿੱਚ ਜੀ। ਅਕਾਲੀ ਆਗੂਆਂ ਦੇ ਵੀ ਘਿਰਾਓ ਹੁੰਦੇ ਰਹੇ ਆ, ਹੁਣ ਪਿੰਡਾਂ ਦੇ ਵਿੱਚ ਭਾਜਪਾ ਦੇ ਹੋ ਰਹੇ ਆ। ਭਾਜਪਾ ਦਾ ਪਹਿਲੇ ਦਿਨ ਤੋਂ ਵਿਰੋਧ ਹੋ ਰਿਹਾ, ਜਦੋਂ ਤੋਂ ਕਿਸਾਨ ਅੰਦੋਲਨ ਚੱਲ ਰਿਹਾ, 3 ਖੇਤੀ ਕਾਨੂੰਨਾਂ ਦਾ ਰੌਲਾ ਪੈ ਰਿਹਾ। ਫਿਰ ਜਿਹੜਾ ਆ ਕਾਂਗਰਸ ਦੇ MLAਆਂ ਦਾ ਵੀ, ਕੰਬੋਜ ਹੋਰਾਂ ਨੂੰ ਪਿੱਛੇ ਬਨੂੜ ਦੇ ਲਾਗੇ ਬੁੱਢਣਵਾਲ ਪਿੰਡ 'ਚ ਗਏ ਸੀ, ਲੋਕਾਂ ਨੇ ਘੇਰ ਲਿਆ, ਗ੍ਰਾਂਟ ਦੇਣ ਗਏ ਸੀ ਜੀ। ਉਹ ਕਹਿੰਦੇ ਵੀ ਪਿੰਡ 'ਚ ਨਹੀਂ, ਜਿਹੜਾ ਉਹਨਾਂ ਦੀ ਗੱਡੀ ਘੇਰ ਲਈ, ਔਰਤਾਂ ਗੱਡੀ ਅੱਗੇ ਲਟ ਗਈਆਂ, ਮਸੀਂ ਗੱਡੀ ਕੱਢੀ। ਮਨੀਸ਼ ਤਿਵਾੜੀ ਹੋਰਾਂ ਨੂੰ ਘੇਰਿਆ MP ਨੇ। ਭਾਜਪਾ ਆਗੂਆਂ ਨੂੰ ਆਏ ਦਿਨ ਹੀ ਘੇਰਿਆ ਜਾਂਦਾ। ਤਾਜ਼ਾ ਘਟਨਾਕ੍ਰਮ ਦੇ ਵਿੱਚ ਆਪਾਂ ਦੇਖੀਏ ਤੇ ਕੱਲ ਫਾਜ਼ਿਲਕਾ ਦੀ ਅਨਾਜ ਮੰਡੀ 'ਚ ਸਰਜੀਤ ਕੁਮਾਰ ਜੈਣੀ ਹੋਰੀ, ਸਾਬਕਾ ਮੰਤਰੀ ਨੇ ਆਪਣੇ ਪੰਜਾਬ ਦੇ, ਭਾਜਪਾ ਆਗੂ ਨੇ ਸੀਨੀਅਰ, ਪਿੱਛੇ ਜੇ ਉਹਨਾਂ ਨੇ ਇਹ ਦਾਅਵਾ ਵੀ ਕੀਤਾ ਸੀਗਾ ਵੀ ਮੈਂ ਜਿਹੜਾ ਕਿਸਾਨ ਅੰਦੋਲਨ ਉਹ ਖਤਮ ਕਰਵਾ ਦੇਵਾਂਗਾ, ਵਿਚੋਲਗਿਰੀ ਕਰਕੇ। ਗੱਲ ਕਿਸੇ ਬੰਨੇ ਕੰਢੇ ਨਹੀਂ ਲੱਗੀ। ਮੁਲਾਕਾਤਾਂ ਵੀ ਕਰਦੇ ਰਹੇ ਉਹ ਆਪਣੇ ਸੀਨੀਅਰਸ ਨਾਲ ਜਾ ਕੇ ਦਿੱਲੀ, ਅਮਿਤ ਸ਼ਾਹ ਹੋਰਾਂ ਨਾਲ। ਉਹ ਕੱਲ ਉਹਨਾਂ ਨੇ ਅਸਲ 'ਚ ਪ੍ਰੈਸ ਕਾਨਫਰੰਸ ਰੱਖੀ ਹੋਈ ਸੀ ਉੱਥੇ, ਤੇ ਕਿਸਾਨਾਂ ਨੂੰ ਭਿਣਕ ਲੱਗੀ। ਉੱਥੇ ਜਿਹੜਾ ਆਪਣਾ ਜਿਹੜੇ ਸੀਨੀਅਰ ਆਗੂ ਨੇ ਨਾ ਡਕੌਂਦਾ ਗਰੁੱਪ ਦੇ, ਹਰੀਸ਼ ਨੱਡਾ ਹੋ ਰਹੀਆਂ, ਉਹਨਾਂ ਦੀ ਅਗਵਾਈ ਦੇ ਵਿੱਚ ਕੱਲ ਕਿਸਾਨਾਂ ਨੇ ਫਿਰ ਘੇਰਿਆ। ਪੁਲਿਸ ਬੜੀ ਮੁਸ਼ਕਲ ਨਾਲ ਕੱਢ ਕੇ ਲੈ ਕੇ ਗਈ ਆ। ਮੈਨੂੰ ਲੱਗਦਾ ਵੀ ਜਦ ਤੱਕ ਖੇਤੀ ਕਾਨੂੰਨਾਂ ਦਾ ਰੌਲਾ ਖਤਮ ਨਹੀਂ ਹੁੰਦਾ, ਦੇਖੋ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਵੀ ਜਿਹੜੇ ਅੰਮ੍ਰਿਤਸਰ ਦੇ ਸੀਨੀਅਰ ਆਗੂ ਨੇ ਇੱਕ ਭਾਜਪਾ ਦੇ, ਹੋਰ ਬਹੁਤ ਸਾਰੇ ਜਿਹੜੇ ਲੋਕ ਆ, ਉਹਨਾਂ ਦੀ ਸੁਰ ਬਦਲ ਗਈ ਹੈਗੀ ਆ। ਕਿਸਾਨਾਂ ਨਾਲ ਹੌਲੀ ਹੌਲੀ ਉਹਨਾਂ ਦੀ ਹਮਦਰਦੀ ਹੋਣ ਲੱਗ ਪਈ ਆ। ਜਿਨ੍ਹਾਂ ਦੀ ਹਮਦਰਦੀ ਹੋ ਰਹੀ ਆ ਕਿਸਾਨ ਯੂਨੀਅਨਾਂ ਨਾਲ, ਕਿਸਾਨ ਯੂਨੀਅਨ ਨੇ ਨਹੀਂ, ਆਪਾਂ ਕਹਾਂਗੇ ਵੀ ਕਿਸਾਨ ਅੰਦੋਲਨ ਦੇ ਨਾਲ, ਬੇਹੱਕੀ ਤੇ ਵਾਜਬ ਅੰਦੋਲਨ ਆ, ਉਹਨਾਂ ਦਾ ਮਿਹਨਤਕਸ਼ ਧਿਰਾਂ ਕਿਰਤੀ ਜਿਹੜੇ ਆ ਸਵਾਗਤ ਵੀ ਕਰ ਰਹੇ ਆ। ਤੇ ਜਿਹੜੇ ਕਿਸਾਨ ਅੰਦੋਲਨ ਦੇ ਤੇ ਵਿਰੋਧ ਦੇ ਵਿੱਚ ਬੋਲਦੇ ਨੇ, ਖੇਤੀ ਕਾਨੂੰਨਾਂ ਦੇ ਹੱਕ ਦੇ ਵਿੱਚ ਬੋਲਦੇ ਆ, ਉਹਨਾਂ ਨੂੰ ਲੋਕ ਘੇਰ ਵੀ ਰਹੇ ਆ। ਉਹਨਾਂ ਦੇ ਖਿਲਾਫ ਜਿੰਦਾਬਾਦ ਮੁਰਦਾਬਾਦ ਵੀ ਹੋ ਰਹੀ ਆ। ਤੇ ਮੈਨੂੰ ਇਦਾਂ ਲੱਗਦਾ ਵੀ ਭਾਜਪਾ ਆਗੂਆਂ ਨੂੰ, ਮੇਰੀ ਜਾਤੀ ਰਾਏ ਹੈ ਵੀ ਸੂਬਾ ਜਿਹੜਾ ਉਹ ਨੰਬਰ 1 ਤੇ ਹੋਣਾ ਚਾਹੀਦਾ, ਪਾਰਟੀ ਨੰਬਰ 2 ਤੇ ਹੋਣੀ ਚਾਹੀਦੀ ਆ।
ਤੇ ਸੂਬਾ ਇਸ ਵੇਲੇ ਮੰਦੇ ਦੌਰ ਚੋਂ ਲੰਘ ਰਿਹਾ। ਜਿਹੜੇ ਮਿਹਨਤਕਸ਼ ਆ, ਕਿਰਤੀ ਵਰਗ ਆ, ਜਿਹੜਾ ਖੇਤੀਬਾੜੀ ਨਾਲ ਜੁੜਿਆ ਹੋਇਆ, ਉਹਨਾਂ ਦੇ ਤਾਂ ਇਹ ਜਿਵੇਂ ਇਕੱਲਾ ਫਸਲਾਂ ਦਾ ਮਸਲਾ ਨਹੀਂ, ਉਹਨਾਂ ਦੀਆਂ ਆਉਣ ਵਾਲੀਆਂ ਨਸਲਾਂ ਦਾ ਵੀ ਮਸਲਾ ਹੈਗਾ। ਕਿੱਥੇ ਮਜ਼ਾਰਾ ਲਹਿਰਾਂ ਚੱਲਦੀਆਂ ਰਹੀਆਂ, ਵੱਡੇ ਜ਼ਿਮੀਂਦਾਰਾਂ ਤੋਂ ਜ਼ਮੀਨਾਂ ਜਿਹੜੀਆਂ ਪਹਿਲਾਂ ਮਾਲਕੀਆਂ ਹੋਈਆਂ, ਹੁਣ ਉਹੀ ਮਾਲਕੀਆਂ ਖੁੱਸਣ ਦਾ ਜਦੋਂ ਡਰ ਬਣ ਜਵੇ, ਸਮਝ ਲਓ ਤੁਹਾਨੂੰ ਹੁੰਦਾ ਵੀ ਤੁਹਾਡਾ ਘਰ ਉਜੜ ਰਿਹਾ। ਸੋ ਇਸ ਵੇਲੇ ਉਹ ਆਪਣੀ ਹੋਂਦ ਦੀ ਲੜਾਈ ਲੋਕ ਲੜ ਰਹੇ ਆ, ਜਿਹੜੇ ਦਿੱਲੀ ਦੀਆਂ ਬਰੂਹਾਂ ਮੱਲ ਕੇ ਬੈਠੇ ਨੇ। ਸੋ ਇਸ ਕਰਕੇ ਮੈਨੂੰ ਏਦਾਂ ਲੱਗਦਾ ਵੀ ਭਾਜਪਾ ਦੇ ਆਗੂਆਂ ਨੂੰ ਤੇ ਵਰਕਰਾਂ ਨੂੰ ਇਸ ਵੇਲੇ ਸੂਬੇ ਦੇ ਹਿੱਤ ਜਿਹੜੇ ਆ ਉਹ ਸਦਾ ਹੀ, ਇਸ ਵੇਲੇ ਹੀ ਨਹੀਂ, ਆਪਣੇ ਸੂਬੇ ਦੇ ਹਿੱਤ ਨੰਬਰ 1 ਤੇ ਹੋਣੇ ਚਾਹੀਦੇ ਆ, ਪਾਰਟੀ ਦੇ ਹਿੱਤ ਨੰਬਰ 2 ਤੇ ਹੋਣੇ ਚਾਹੀਦੇ ਨੇ। ਸੋ ਇਸ ਕਰਕੇ ਇਹ ਜਿਹੜੇ ਘਰਾਓ ਨੇ, ਇਹ ਬਾਦਸਤੂਰ ਜਾਰੀ ਰਹਿਣਗੇ। ਇਹਨਾਂ 'ਚ ਕੋਈ ਮੈਨੂੰ ਢਿੱਲ ਦਿਸਦੀ ਦੂਰ ਦੂਰ ਤੱਕ ਦਿਖਾਈ ਨਹੀਂ ਦਿੰਦੀ। ਸੋ ਤੁਸੀਂ ਬਣੇ ਹੋਏ ਸੀ ਪ੍ਰੋਗਰਾਮ ਖਬਰ ਜੰਕਸ਼ਨ ਦੇ ਵਿੱਚ, ਜਿਸ ਦੇ ਵਿੱਚ ਅਸੀਂ ਝਾਤ ਫੇਰੀ ਹੈ ਉਹਨਾਂ ਅਖਬਾਰਾਂ ਦੀਆਂ ਖਾਸ ਸੁਰਖੀਆਂ ਦੇ ਉੱਤੇ ਤੇ ਵਿਚਾਰ ਚਰਚਾ ਕੀਤੀ ਹੈ। ਸੋ ਪ੍ਰੋਗਰਾਮ ਦੇ ਵਿੱਚ ਬਣੇ ਹੋਏ ਸਨ ਸਾਡੇ ਨਾਲ ਨਿੰਦਰ ਸਤੀ ਜੀ। ਸੋ ਇਹਨਾਂ ਦਾ ਬਹੁਤ ਧੰਨਵਾਦ, ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ ਨੇ। ਸੋ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਨ ਦਾ ਸਮਾਂ ਆ ਗਿਆ। ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।